हेलो फ्रेंड्स, दिस इज़ हरविंदर सिंह एंड वेलकम टू द यूट्यूब चैनल लर्न विद हरविंदर सर। इस वीडियो में ਅਸੀਂ ਕਰਾਂਗੇ ਪੰਜਾਬੀ ਜਮਾਤ 9ਵੀਂ ਸਾਹਿਤਮਾਲਾ ਪੁਸਤਕ ਵਿੱਚੋਂ ਵਾਰਤਕ ਜਿਸ ਦਾ ਨਾਮ ਹੈ ਮੁੜ ਵੇਖਿਆ ਪਿੰਡ, ਜਿਸ ਦੇ ਲੇਖਕ ਹਨ ਬਲਰਾਜ ਸਾਹਨੀ। ਤੇ ਦੋਸਤੋ, ਪਾਠ ਸ਼ੁਰੂ ਕਰਨ ਤੋਂ ਪਹਿਲਾਂ ਅਸੀਂ ਲੇਖਕ ਦੇ ਬਾਰੇ ਥੋੜਾ ਬਹੁਤ ਜਾਣ ਲੈਂਦੇ ਹਾਂ। ਬਲਰਾਜ ਸਾਹਨੀ ਜੀ ਦਾ ਜਨਮ 1 ਮਈ 1913 ਈਸਵੀ ਨੂੰ ਰਾਵਲਪਿੰਡੀ ਵਿਖੇ ਹੋਇਆ ਤੇ 1934 ਵਿੱਚ ਉਹਨਾਂ ਨੇ ਅੰਗਰੇਜ਼ੀ ਵਿੱਚ MA ਕੀਤੀ ਤੇ ਉਸ ਤੋਂ ਬਾਅਦ ਉਹਨਾਂ ਨੇ ਕਈ ਤਰ੍ਹਾਂ ਦੇ ਕੰਮ ਕੀਤੇ, ਜਿਵੇਂ ਸਭ ਤੋਂ ਪਹਿਲਾਂ ਵਪਾਰ ਕੀਤਾ, ਬਿਜ਼ਨਸ ਕੀਤਾ, ਉਸ ਤੋਂ ਬਾਅਦ ਪੱਤਰਕਾਰੀ ਕੀਤੀ, ਜਰਨਲਿਜ਼ਮ ਕੀਤਾ, ਉਸ ਤੋਂ ਬਾਅਦ ਉਹ ਹਿੰਦੀ ਦੇ ਅਧਿਆਪਕ ਵੀ ਰਹੇ ਤੇ ਉਸ ਤੋਂ ਬਾਅਦ ਉਹਨਾਂ ਨੇ BBC ਲੰਡਨ ਵਿੱਚ ਅਨਾਉਂਸਰ ਦਾ ਕੰਮ ਵੀ ਕੀਤਾ। ਪਰ ਜਿਹੜਾ ਮੁੱਖ ਕੰਮ ਸੀ ਉਹ ਸੀਗੀ ਐਕਟਿੰਗ, ਕਿ ਉਹਨਾਂ ਦਾ ਐਕਟਿੰਗ ਹੈ ਮੁੱਖ ਕੀਤਾ ਸੀ ਤੇ ਉਹਨਾਂ ਨੇ ਕਈ ਫਿਲਮਾਂ ਵਿੱਚ ਕੰਮ ਕੀਤਾ, ਜਿਵੇਂ ਕਿ ਕਾਬਲੀ ਵਾਲਾ, 2 ਬਿੱਗਾ ਜ਼ਮੀਨ, ਹਮ ਲੋਗ, ਹੀਰਾ ਮੋਤੀ। ਤੇ ਉਸ ਤੋਂ ਇਲਾਵਾ ਉਹਨਾਂ ਨੇ ਕਈ ਰਚਨਾਵਾਂ ਵੀ ਲਿਖੀਆਂ, ਜਿਵੇਂ ਮੇਰਾ ਪਾਕਿਸਤਾਨੀ ਸਫ਼ਰਨਾਮਾ, ਮੇਰਾ ਰੂਸੀ ਸਫ਼ਰਨਾਮਾ। ਤੇ ਜਿਹੜੀ ਵਾਰਤਕ ਹੈ ਮੁੜ ਵੇਖਿਆ ਪਿੰਡ, ਇਹ ਮੇਰਾ ਪਾਕਿਸਤਾਨੀ ਸਫ਼ਰਨਾਮਾ ਦਾ ਇੱਕ ਅੰਸ਼ ਹੈ, ਇੱਕ ਹਿੱਸਾ। ਤੇ ਹੁਣ ਅਸੀਂ ਸ਼ੁਰੂ ਕਰਦੇ ਹਾਂ ਪਾਠ ਮੁੜ ਵੇਖਿਆ ਪਿੰਡ। ਤੇ ਗੱਲ ਹੈ 16 ਅਕਤੂਬਰ 1962 ਈਸਵੀ ਦੀ, ਜਦੋਂ ਲੇਖਕ ਹੈ ਉਹ ਪਾਕਿਸਤਾਨ ਗਿਆ ਤਾਂ ਸਭ ਤੋਂ ਪਹਿਲਾਂ ਉਹਨਾਂ ਨੇ ਰਿਪੋਰਟ ਲਿਖਾਈ ਥਾਣੇ ਵਿੱਚ, ਕਿਉਂਕਿ ਪਹਿਲਾਂ ਫਾਰਮੈਲਿਟੀ ਕਰਨੀ ਪੈਂਦੀ ਹੈ, ਕਿਉਂਕਿ ਉਹ ਭਾਰਤ ਤੋਂ ਪਾਕਿਸਤਾਨ ਗਏ ਸਨ। ਤੇ ਸਭ ਤੋਂ ਪਹਿਲਾਂ ਉਹਨਾਂ ਨੇ ਥਾਣੇ ਵਿੱਚ ਰਿਪੋਰਟ ਲਿਖਵਾਈ ਤੇ ਫਿਰ ਉਹ ਬੱਸ ਅੱਡੇ ਗਏ ਤੇ ਬੱਸ ਅੱਡੇ ਤੋਂ ਲੇਖਕ ਨੇ ਜਾਣਾ ਸੀਗਾ ਪੇਰਾ, ਆਪਣੇ ਸ਼ਹਿਰ। ਤੇ ਪੇਰਾ ਬੱਸ ਅੱਡੇ ਤੋਂ 60-70 ਮੀਲ ਦੂਰ ਹੈ। ਤੇ ਲੇਖਕ ਦੇ ਨਾਲ ਲੇਖਕ ਦੇ 3 ਦੋਸਤ ਵੀ ਸਨ। ਕਿਹੜੇ ਦੋਸਤ ਸਨ? ਸਿਕੰਦਰ, ਸ਼ਾਕਿਰ, ਮੁਸਤਹਿਮੀਨ। ਤੇ ਲੇਖਕ ਦੇ ਪਾਕਿਸਤਾਨੀ ਦੋਸਤ ਸਨ। ਤੇ ਲੇਖਕ ਨੂੰ ਇਹ ਲੱਗ ਰਿਹਾ ਸੀਗਾ ਕਿ ਪੇਰਾ ਜਾਣਾ ਇੱਕ ਸੌਖੀ ਜਿਹੀ ਮੁਹਿੰਮ ਹੈ, ਲੇਖਕ ਨੂੰ ਇਹ ਇੱਕ ਸੌਖੀ ਜਿਹੀ ਮੁਹਿੰਮ ਜਾਪ ਰਹੀ ਸੀ। ਪਰ ਲੇਖਕ ਨੂੰ ਇਹ ਨਹੀਂ ਸੀ ਪਤਾ ਕਿ ਉਸ ਉੱਪਰ ਜਜ਼ਬਿਆਂ ਦਾ ਤੂਫਾਨ, ਇਮੋਸ਼ਨਸ ਦਾ ਤੂਫਾਨ ਹੈ, ਉਹ ਟੁੱਟਣਾ ਹੈ। ਤੇ ਲੇਖਕ ਪੇਰਾ 40 ਸਾਲਾਂ ਬਾਅਦ ਜਾ ਰਿਹਾ ਸੀਗਾ। ਤੇ ਜਦੋਂ ਲੇਖਕ 8-9 ਸਾਲਾਂ ਦਾ ਹੁੰਦਾ ਸੀਗਾ ਉਦੋਂ ਪੇਰਾ ਲੇਖਕ ਰਿਹਾ ਕਰਦਾ ਸੀ। ਤੇ ਉਸ ਤੋਂ ਬਾਅਦ ਸਾਨੂੰ ਪੇਰੇ ਬਾਰੇ ਦੱਸਿਆ ਗਿਆ ਕਿ ਪੇਰਾ ਨਿੱਕਾ ਜਿਹਾ ਸ਼ਹਿਰ ਹੈ ਤੇ ਲੇਖਕ ਹੈ ਛੋਟੇ ਹੁੰਦੇ ਉੱਥੇ ਦੌੜਾ ਲਗਾਇਆ ਕਰਦਾ ਸੀ। ਤੇ ਪੇਰੇ ਵਿੱਚ ਕੀ ਹੈ ਕਿ ਖੁਖਰੈਨ ਬਰਾਦਰੀਆਂ ਵਾਲਿਆਂ ਦੇ ਅਲੱਗ-ਅਲੱਗ ਮੁਹੱਲੇ ਹਨ, ਜਿਵੇਂ ਕਿ ਸਾਨੀਆਂ ਦਾ ਅਲੱਗ ਮੁਹੱਲਾ ਹੈ, ਕੋਹਲੀਆਂ ਦਾ ਅਲੱਗ ਮੁਹੱਲਾ ਹੈ, ਆਨੰਦਾ ਦਾ ਅਲੱਗ ਮੁਹੱਲਾ, ਤੇ ਹਰ ਮੁਹੱਲੇ ਦਾ ਆਪਣਾ ਦਰਵਾਜ਼ਾ ਹੁੰਦਾ ਸੀ। ਤੇ ਹੁਣ ਬੱਸ ਵਿੱਚ ਬੈਠੇ ਲੇਖਕ ਨੂੰ ਆਪਣੇ ਬਚਪਨ ਦੀ ਯਾਦ ਆ ਰਹੀ ਸੀ ਕਿ ਬਚਪਨ ਵਿੱਚ ਤਾਈ ਜੀ, ਲੇਖਕ ਦੇ ਤਾਈ ਜੀ ਆਪਣੇ ਕੁਝ ਸਾਥੀਆਂ ਨਾਲ ਸਵੇਰੇ ਜੇਹਲਮ ਦਰਿਆ ਜਾ ਕੇ ਇਸ਼ਨਾਨ ਕਰਦੇ ਸਨ ਤੇ ਕਦੇ-ਕਦੇ ਲੇਖਕ ਅਤੇ ਉਸਦਾ ਛੋਟਾ ਭਰਾ ਪੀਸ਼ਮ ਵੀ ਨਾਲ ਜਾਂਦੇ ਸਨ। ਤੇ ਰਸਤੇ ਵਿੱਚ 3 ਪੜ੍ਹਾਉਂਦੇ ਸਨ, ਪਹਿਲਾ ਚਿੜੀ ਚੌਕ, ਦੂਜਾ ਘੜੀਪਨ ਅਤੇ ਤੀਜਾ ਔਖਾ ਪੈਂਡਾ। ਤੇ ਚਿੜੀ ਚੌਕ ਦੇ ਨੇੜੇ ਇੱਕ ਮੈਦਾਨ ਸੀ ਜਿੱਥੇ ਮੇਲਾ ਲੱਗਦਾ ਸੀ, ਜਿਸ ਵਿੱਚ ਇਸਤਰੀਆਂ ਤੇ ਕੁੜੀਆਂ ਇਕੱਠੀਆਂ ਹੁੰਦੀਆਂ ਸਨ। ਤੇ ਉੱਧਰ ਤ੍ਰਿੰਜਣ ਲੱਗਦਾ ਸੀਗਾ, ਜਿੱਥੇ ਇਸਤਰੀਆਂ ਚਰਖਾ ਕੱਤਦੀਆਂ ਸਨ। ਤੇ ਤ੍ਰਿੰਜਣ ਦਾ ਪ੍ਰਧਾਨ ਕੌਣ ਸੀ? ਕਿਸ ਦੀ ਪ੍ਰਧਾਨਗੀ ਹੇਠ ਤ੍ਰਿੰਜਣ ਲੱਗਦਾ ਸੀ? ਲੇਖਕ ਦੇ ਮਾਤਾ ਜੀ ਦੀ ਪ੍ਰਧਾਨਗੀ ਹੇਠ ਤ੍ਰਿੰਜਣ ਲੱਗਦਾ ਸੀ। ਤੇ ਇਸ ਵਿੱਚ ਲੇਖਕ ਦੀਆਂ ਭੈਣਾਂ ਅਤੇ ਉਸਦੇ ਭੈਣਾਂ ਦੀਆਂ ਸਹੇਲੀਆਂ ਵੀ ਚਰਖਾ ਕੱਤਦੀਆਂ ਸਨ। ਤੇ ਬਚਪਨ ਵਿੱਚ ਲੇਖਕ ਉੱਧਰ ਲੁਕਣ ਮਿੱਟੀ ਖੇਡਦਾ ਸੀ, ਬੂਟੇ ਤੋੜ ਕੇ ਤੂਤਣੀਆਂ ਤੇ ਵਾਜੇ ਬਣਾਉਂਦਾ ਸੀ, ਰਾਹ ਲੰਘਦੇ ਲੋਕਾਂ ਦੀਆਂ ਸਲਵਾਰਾਂ ਵਿੱਚ ਸਿੱਟੇ ਤੋੜ ਕੇ ਕੁਸੇੜ ਦਿੰਦਾ ਸੀ। ਤੇ ਉਸ ਤੋਂ ਬਾਅਦ ਲੇਖਕ ਲਿਖਦੇ ਹਨ ਕਿ ਉਸ ਤੋਂ ਬਾਅਦ ਉਹਨਾਂ ਨੂੰ ਪੇਂਡੂ ਜੀਵਨ ਦਾ ਸਵਾਦ, ਉਹਨਾਂ ਨੇ ਕਦੇ ਪੇਂਡੂ ਜੀਵਨ ਦਾ ਸਵਾਦ ਉਸ ਤੋਂ ਬਾਅਦ ਮਾਣਿਆ ਹੀ ਨਹੀਂ। ਤੇ ਬੱਸ ਵਿੱਚ ਬੈਠੇ ਲੇਖਕ ਨੂੰ ਬਚਪਨ ਦੀਆਂ ਯਾਦਾਂ ਉਹ ਆ ਰਹੀਆਂ ਸਨ। ਤੇ ਹੁਣ ਲੇਖਕ ਦੇ ਨਾਲ ਵਾਲੀ ਸੀਟ ਤੇ ਇੱਕ ਬੁੱਢੀ ਔਰਤ ਆਪਣੇ ਪੁੱਤਰ ਨਾਲ ਆ ਕੇ ਬੈਠ ਗਈ ਤੇ ਉਹ ਬੁੱਢੀ ਔਰਤ ਲੇਖਕ ਦੀ ਮਾਂ ਵਰਗੀ ਸੀ। ਤੇ ਹੁਣ ਬੱਸ ਹੈ ਭੁੱਲੋਵਾਲ ਜਾ ਰੁਕੀ ਤੇ ਭੁੱਲੋਵਾਲ ਪੇਰੇ ਤੋਂ 10-12 ਮੀਲ ਦੂਰੀ ਤੇ ਹੈ ਤੇ ਪੌਣਾ ਘੰਟਾ ਬੱਸ ਰੁਕਣੀ ਸੀ। ਤੇ ਲੇਖਕ ਕੋਲ ਸਿਰਫ 3 ਘੰਟੇ ਦਾ ਸਮਾਂ ਸੀ, ਲਿਮਿਟਡ ਟਾਈਮ ਸੀ। ਤੇ ਉਹ ਬੱਸ ਅੱਡੇ ਦੇ ਮੁੰਤਜ਼ਿਮ, ਜਿਸ ਦਾ ਅਰਥ ਹੈ ਬੱਸ ਅੱਡੇ ਦੇ ਪ੍ਰਬੰਧਕ ਕੋਲ ਗਿਆ ਤੇ ਲੇਖਕ ਨੇ ਉਸਨੂੰ ਸਾਰੀ ਗੱਲ ਦੱਸੀ। ਤੇ ਪ੍ਰਬੰਧਕ ਨੇ ਕਿਹਾ ਕਿ ਪੇਰੇ ਵਿੱਚ ਹੁਣ ਹੈ ਕੀ? ਤੇ ਪੇਰਾ ਤਾਂ ਛੋਟਾ ਜਿਹਾ ਸ਼ਹਿਰ ਹੈ, ਕਿ ਉਸ ਵਿੱਚ ਕੀ ਹੈ? ਤੇ ਲੇਖਕ ਨੇ ਉਸਨੂੰ ਕਿਹਾ ਕਿ ਮੈਨੂੰ ਮਿੱਟੀ ਖਿੱਚ ਲਿਆਈ ਹੈ। ਤੇ ਹੁਣ ਪ੍ਰਬੰਧਕ ਦੇਖਦਾ ਕਿ ਲੇਖਕ ਨੇ ਪਤਲੂਨ ਪਾਈ ਹੋਈ ਹੈ, ਕੋਟ ਪਾਇਆ ਹੋਇਆ ਤੇ ਲੇਖਕ ਸੂਟਡ ਬੂਟਡ ਹੈ। ਤੇ ਪ੍ਰਬੰਧਕ ਨੂੰ ਲੇਖਕ ਤੋਂ ਇਸ ਗੱਲ ਦੀ ਉਮੀਦ ਨਹੀਂ ਸੀ ਤੇ ਉਸਨੇ 45 ਮਿੰਟ ਦੇ ਬਦਲੇ, ਪੌਣੇ ਘੰਟੇ ਦੇ ਬਦਲੇ 15 ਮਿੰਟਾਂ ਵਿੱਚ ਹੀ ਬੱਸ ਤੋੜ ਦਿੱਤੀ ਤੇ ਲੇਖਕ ਨੂੰ ਪਹੁੰਚ ਜਾਂਦਾ ਪੇਰੇ। ਤੇ ਪੇਰੇ ਸ਼ਹਿਰ ਵਿੱਚ 2 ਦਰਵਾਜ਼ੇ ਹੈਗੇ ਹਨ, ਜੋ ਕਿ ਇੱਕ ਜੇ ਰੇਲਵੇ ਸਟੇਸ਼ਨ ਵਾਲੇ ਪਾਸੇ ਤੋਂ ਜਾਓ ਤਾਂ ਸਭ ਤੋਂ ਪਹਿਲਾਂ ਸਾਨੀਆਂ ਦਾ ਮੁਹੱਲਾ ਆਉਂਦਾ, ਤੇ ਜੇ ਪਿਛਲੇ ਪਾਸੇ ਬੱਸ ਅੱਡੇ ਵਾਲੇ ਪਾਸੇ ਤੋਂ ਜਾਓ ਤਾਂ ਇੱਕ ਦਰਵਾਜ਼ਾ ਆਉਂਦਾ ਜਿਸ ਨੂੰ ਬਲੋਚੀ ਦਰਵਾਜ਼ਾ ਕਿਹਾ ਜਾਂਦਾ। ਤੇ ਲੇਖਕ ਹੈ ਬੱਸ ਵਿੱਚ ਗਿਆ ਸੀ ਤੇ ਉਸਨੂੰ ਬਲੋਚੀ ਦਰਵਾਜ਼ੇ ਵਾਲੇ ਪਿਛਲੇ ਰਸਤੇ ਤੋਂ ਜਾਣਾ ਸੀ। ਤੇ ਸਭ ਤੋਂ ਪਹਿਲਾਂ ਉਸਨੇ ਥਾਣੇ ਜਾ ਕੇ ਰਿਪੋਰਟ ਲਿਖਵਾਈ। ਤੇ ਜਿਹੜਾ ਇੰਸਪੈਕਟਰ ਹੁੰਦਾ ਉਹ ਥਾਣੇ ਦਾ, ਉਹ ਸਾਨੀਆਂ ਨੂੰ ਬਹੁਤ ਹੀ ਚੰਗੀ ਤਰ੍ਹਾਂ ਜਾਣਦਾ ਤੇ ਉਹ ਆਮਦ ਤੇ ਰੁਖਸਤ, ਆਉਣ ਅਤੇ ਜਾਣ ਦੇ ਅੰਦਰਾਜ਼, ਐਂਟਰੀਆਂ ਇਕੱਠੇ ਹੀ ਕਰ ਦਿੰਦਾ ਤਾਂ ਜੋ ਲੇਖਕ ਨੂੰ ਦੁਬਾਰਾ ਥਾਣੇ ਨਾ ਆਉਣਾ ਪਵੇ, ਲੇਖਕ ਦਾ ਸਮਾਂ ਬਚ ਜਾਵੇ। ਤੇ ਹੁਣ ਲੇਖਕ ਨੂੰ ਯਾਦ ਆਉਂਦਾ ਗਲੀ ਦੀ ਨੁੱਕਰ ਵਿੱਚ ਇੱਕ ਖੂਹ ਹੁੰਦਾ ਸੀਗਾ, ਪੇਰੇ ਦੇ ਵਿੱਚ ਇੱਕ ਗਲੀ ਸੀ, ਉਸ ਦੇ ਨੁੱਕਰ ਵਿੱਚ ਇੱਕ ਖੂਹ ਹੁੰਦਾ ਸੀ। ਤੇ ਖੂਹ ਦੇ ਸਾਹਮਣੇ ਚਾਚਾ ਜੀ ਦਾ ਘਰ ਹੁੰਦਾ, ਜਿਸ ਵਿੱਚ ਲੱਕੜ ਦਾ ਦਰਵਾਜ਼ਾ ਹੁੰਦਾ, ਜਿਸ ਵਿੱਚ ਬਹੁਤ ਹੀ ਚੰਗੀ ਚੌਬਕਾਰੀ, ਲੱਕੜ ਦਾ ਬਹੁਤ ਹੀ ਵਧੀਆ ਕੰਮ ਹੈ ਉਹ ਕੀਤਾ ਹੁੰਦਾ। ਤੇ ਫਿਰ ਉਸਨੂੰ ਚੌਧਰੀ ਗੁਲਾਮ ਮੁਹੰਮਦ ਦਾ ਘਰ ਮਿਲਦਾ ਤੇ ਚੌਧਰੀ ਗੁਲਾਮ ਮੁਹੰਮਦ ਹੈ ਲੇਖਕ ਦੀ ਉਮਰ ਦਾ ਹੀ ਸੀ। ਤੇ ਬਚਪਨ ਵਿੱਚ ਦੋਵੇਂ ਇਕੱਠੇ ਖੇਡਾਂ ਕਰਦੇ ਸਨ, ਦੋਵੇਂ ਦਾਦੇ ਪੋਤਰੇ ਭਰਾ ਸਨ, ਇੱਕੋ ਹੀ ਖਾਨਦਾਨ ਵਿੱਚੋਂ ਸਨ। ਤੇ ਵੰਡ ਤੋਂ ਬਾਅਦ ਕੀ ਹੋਇਆ? चौधरी गुलाम मोहम्मद पाकिस्तानी रह गए तो मुसलमान हो गए, तो जोड़ा लेखक है वो हिंदुस्तान आ गया, इंडिया आ गया।
ਤੇ ਗੁਲਾਮ ਮੁਹੰਮਦ ਦੇ ਘਰ ਦੇ ਬਾਹਰ ਇੱਕ ਟਿੱਬਾ ਸੀ। ਟਿੱਬਾ ਕੀ ਹੁੰਦਾ? ਮਿੱਟੀ ਦਾ ਇੱਕ ਉੱਚਾ ਜਿਹਾ ਢੇਰ, ਤੇ ਉਹ ਗੁਲਾਮ ਮੁਹੰਮਦ ਦੇ ਘਰ ਦੇ ਬਾਹਰ ਸੀ। ਤੇ ਲੇਖਕ ਨੂੰ ਯਾਦ ਸੀ ਕਿ ਉਸਦਾ ਜਿਹੜਾ ਪਹਿਲੇ ਦਾ ਘਰ ਸੀ ਉਸ ਦੇ ਬਾਹਰ ਵੀ ਇੱਕ ਟਿੱਬਾ ਸੀ। ਫਿਰ ਗੁਲਾਮ ਮੁਹੰਮਦ ਦਾ ਮੁੰਡਾ ਅਨਵਰ ਲੇਖਕ ਦੇ ਪੈਰੀ ਹੱਥ ਲਾਉਂਦਾ ਤੇ ਲੇਖਕ ਉਸ ਦੀ ਪਿੱਠ ਤੇ ਹੱਥ ਫੇਰ ਕੇ ਉਸ ਨੂੰ ਅਸੀਸਾਂ ਦਿੰਦਾ। ਤੇ ਉਸ ਤੋਂ ਬਾਅਦ ਜਿਹੜਾ ਲੇਖਕ ਹੈ ਚੌਧਰੀ ਗੁਲਾਮ ਮੁਹੰਮਦ ਤੋਂ ਆਪਣੇ ਮਕਾਨ ਬਾਰੇ ਪੁੱਛਦਾ ਹੈ, ਪਰ ਜਿਹੜਾ ਚੌਧਰੀ ਗੁਲਾਮ ਮੁਹੰਮਦ ਹੈ ਉਸ ਨੂੰ ਗੋਲ-ਮੋਲ ਜਿਹਾ ਜਵਾਬ ਦਿੰਦਾ। ਤੇ ਲੇਖਕ ਨੂੰ ਪਹਿਲਾਂ ਇਹ ਲੱਗਦਾ ਕਿ ਜਿਸ ਮਕਾਨ ਵਿੱਚ ਉਹ ਬੈਠਾ ਹੈ ਉਹ ਉਸੇ ਦਾ ਹੀ ਮਕਾਨ ਹੈ। ਤੇ ਲੇਖਕ ਨੂੰ ਇੰਜ ਕਿਉਂ ਲੱਗਦਾ? ਕਿਉਂਕਿ ਗੁਲਾਮ ਮੁਹੰਮਦ ਦੇ ਘਰ ਦੇ ਅੱਗੇ ਵੀ ਇੱਕ ਟਿੱਬਾ ਸੀ ਤੇ ਲੇਖਕ ਦੇ ਘਰ ਦੇ ਅੱਗੇ ਵੀ ਇੱਕ ਟਿੱਬਾ ਸੀ। ਇਸ ਕਰਕੇ ਲੇਖਕ ਨੂੰ ਲੱਗਦਾ ਕਿ ਇਹ ਉਸੇ ਦਾ ਹੀ ਘਰ ਹੈ, ਪਰ ਉਹ ਘਰ ਲੇਖਕ ਦਾ ਨਹੀਂ ਹੁੰਦਾ। ਲੇਖਕ ਦਾ ਘਰ ਕਿਸੇ ਹੋਰ ਪਾਸੇ ਹੁੰਦਾ। ਤੇ ਉਸ ਤੋਂ ਬਾਅਦ ਕੀ ਹੁੰਦਾ ਕਿ ਲੇਖਕ ਦੇ ਦੋਸਤ ਕਹਿੰਦੇ ਹਨ ਕਿ ਆਪਣਾ ਘਰ ਵੀ ਲੱਭੀਏ, ਤੇ ਲੇਖਕ ਉਹਨਾਂ ਨੂੰ ਕਹਿੰਦਾ ਕਿ ਆਪਣੇ ਭਰਾ ਨੂੰ ਮਿਲ ਲਿਆ ਤੇ ਹੁਣ ਮਕਾਨ ਦੇਖ ਕੇ ਕੀ ਕਰਨਾ ਹੈ। ਫਿਰ ਚੌਧਰੀ ਗੁਲਾਮ ਮੁਹੰਮਦ ਆਪਣੇ ਪੁੱਤਰ ਅਨਵਰ ਨੂੰ ਕਹਿੰਦਾ ਕਿ ਦੋਸਤ ਮੁਹੰਮਦ ਨੂੰ ਸੱਦ ਕੇ ਲਿਆਓ। ਤੇ ਦੋਸਤ ਮੁਹੰਮਦ ਕੌਣ ਹੁੰਦਾ? ਇੱਕ 70 ਸਾਲ ਦਾ ਬਜ਼ੁਰਗ ਹੁੰਦਾ ਤੇ ਚਿੱਟੇ ਰੰਗ ਦੀ ਉਸਨੇ ਪੱਗ ਬੰਨੀ ਹੁੰਦੀ ਹੈ, ਤੇ ਐਸੇ ਤਰ੍ਹਾਂ ਦੀ ਪੱਗ ਹੈ ਲੇਖਕ ਦੇ ਪਿਤਾ ਜੀ ਬੰਦੇ ਸਨ। ਤੇ ਜਿਹੜਾ ਦੋਸਤ ਮੁਹੰਮਦ ਹੁੰਦਾ ਉਹ ਦੀਵਾਨ ਦੇਸਰਾਜ ਸਾਹਨੀ ਜੀ ਦੀ ਦੇਖਭਾਲ ਕਰਦਾ। ਤੇ ਦੇਸਰਾਜ ਸਾਹਨੀ ਕੌਣ ਸੀ? ਉਹ ਇੱਕ ਬੈਰਿਸਟਰ ਸਨ, ਵਕੀਲ ਸਨ, ਤੇ ਉਹ ਰਾਵਲਪਿੰਡੀ ਵਿੱਚ ਪ੍ਰੈਕਟਿਸ ਕਰਦੇ ਸਨ। ਤੇ ਲੇਖਕ ਦੇ ਭੂਆ ਦੀ ਧੀ ਉਹਨਾਂ ਦੇ ਲੜਕੇ ਦੇ ਨਾਲ ਵਿਆਹੀ ਹੋਈ ਸੀ। ਤੇ ਹੁਣ ਦੋਸਤ ਮੁਹੰਮਦ ਨੂੰ ਵੀ ਲੇਖਕ ਦੇ ਘਰ ਬਾਰੇ ਪਤਾ ਨਹੀਂ ਸੀ। ਤੇ ਹੁਣ ਬਚਪਨ ਦੀਆਂ ਯਾਦਾਂ ਨਾਲ ਦੋਵੇਂ ਹੀ ਰੋਣ ਲੱਗ ਪਏ। ਕੌਣ ਰੋ ਰਿਹਾ ਸੀ? ਚੌਧਰੀ ਗੁਲਾਮ ਮੁਹੰਮਦ ਵੀ ਰੋ ਰਿਹਾ ਸੀ ਤੇ ਦੋਸਤ ਮੁਹੰਮਦ ਵੀ ਰੋ ਰਿਹਾ ਸੀ। ਤੇ ਹੁਣ ਲੇਖਕ ਨੂੰ ਆਪਣੇ ਘਰ ਜਾਣਾ ਸੀ ਤੇ ਲੇਖਕ ਨੂੰ ਉਸ ਦੇ ਬਾਰੇ ਪਤਾ ਨਹੀਂ ਸੀ ਕਿ ਉਸਦਾ ਘਰ ਕਿੱਥੇ ਹੈ। ਤੇ ਸਿਕੰਦਰ ਦੇ ਕਹਿਣ ਤੇ ਲੇਖਕ ਗਲੀ ਵਿੱਚ ਚਲਾ ਜਾਂਦਾ ਹੈ। ਤੇ ਗਲੀ ਵਿੱਚ ਕਿਉਂ ਜਾਂਦਾ? ਆਪਣਾ ਘਰ ਲੱਭਣ। ਤੇ ਫਿਰ ਉਸਨੇ ਘਰ ਦਿਸਦਾ ਜਿੱਥੇ ਉਹ ਬਚਪਨ ਵਿੱਚ ਖੇਡਿਆ ਕਰਦਾ ਸੀ, ਤੇ ਇਹ ਘਰ ਉਸਦੇ ਦੋਸਤ ਦਾ ਘਰ ਸੀ। ਤੇ ਲੇਖਕ ਨੂੰ ਆਪਣੇ ਦੋਸਤ ਦਾ ਘਰ ਵੀ ਲੱਭ ਪਿਆ। ਤੇ ਘਰ ਦੇ ਬਾਹਰ ਇੱਕ ਗੜੀਬੜਾ ਜਿਹਾ ਆਦਮੀ ਚਾਦਰ ਲਪੇਟ ਕੇ ਬੈਠਾ ਸੀ। ਤੇ ਲੇਖਕ ਉਸ ਨੂੰ ਪੁੱਛ ਕੇ ਘਰ ਦੇ ਅੰਦਰ ਜਾਂਦਾ। ਫਿਰ ਉਹ ਛੱਤ ਤੇ ਚਲਾ ਜਾਂਦਾ। ਤੇ ਜਦੋਂ ਲੇਖਕ ਛੱਤ ਵਿੱਚ ਜਾਂਦਾ ਤੇ ਉਸ ਨੂੰ ਆਪਣੇ ਘਰ ਦਾ ਸੋਫਾ ਦਿਖਾਈ ਦਿੰਦਾ। ਤੇ ਸੋਫਾ ਕੀ ਹੁੰਦਾ ਹੈ ਕਿ ਦਰਵਾਜ਼ੇ ਲੱਗੇ ਇੱਕ ਕਿਸਮ ਦੀ ਦਿਉੜੀ ਜਿਸ ਵਿੱਚ ਲੋਕੀ ਬੈਠਦੇ ਹਨ, ਉਸ ਨੂੰ ਸੋਫਾ ਕਿਹਾ ਜਾਂਦਾ ਹੈ। ਤੇ ਲੇਖਕ ਨੂੰ ਆਪਣਾ ਘਰ ਦਿਖ ਗਿਆ ਤੇ ਉਸਦੇ ਘਰ ਦੀ ਦਿਉੜੀ ਦਿਖ ਗਈ, ਕਮਰਾ ਦਿਖ ਗਿਆ, ਤੇ ਉਸ ਨੂੰ ਉਸ ਤੋਂ ਬਾਅਦ ਰਸੋਈ ਵੀ ਦਿਖ ਗਈ। ਫਿਰ ਲੇਖਕ ਕਹਿੰਦਾ ਉਹ ਹੈ ਸਾਡਾ ਘਰ। ਉਸ ਕਮਰੇ ਵਿੱਚ ਮੇਰੀ ਭੈਣ ਦੀ ਕੁੜਮਾਈ ਹੋਈ ਸੀ। ਤੇ ਫਿਰ ਉਸ ਨੂੰ ਆਪਣੀ ਭੈਣ ਦੀ ਯਾਦ ਆ ਜਾਂਦੀ ਹੈ, ਪਰ ਉਸ ਦੀ ਭੈਣ ਹੁਣ ਮਰ ਚੁੱਕੀ ਹੁੰਦੀ ਹੈ। ਤੇ ਹੁਣ ਲੇਖਕ ਹੈ ਰੋਣ ਲੱਗ ਪੈਂਦਾ ਤੇ ਉਹ ਕਹਿੰਦਾ ਕਿ ਰੱਬਾ ਮੇਰੀ ਭੈਣ ਮੋੜ ਦੇ। ਤੇ ਲੇਖਕ ਰੋ ਰਿਹਾ ਹੁੰਦਾ ਤੇ ਉਸ ਨੂੰ ਸ਼ਰਮ ਵੀ ਆ ਰਹੀ ਸੀ ਕਿ ਉਹ ਓਪਰੇ ਦੇਸ਼ ਵਿੱਚ ਓਪਰੇ ਬੰਦਿਆਂ ਵਿੱਚ ਕੀ ਕਰ ਰਿਹਾ, ਪਰ ਉਸ ਦਾ ਆਪਣੇ ਉੱਪਰ ਕਾਬੂ ਨਹੀਂ ਸੀ, ਕੰਟਰੋਲ ਨਹੀਂ ਸੀ। ਤੇ ਇਸ ਤਰ੍ਹਾਂ ਇਹ ਜਿਹੜੀ ਵਾਰਤਕ ਹੈ ਉਹ ਖਤਮ ਹੋ ਜਾਂਦੀ ਹੈ। ਤੇ ਦੋਸਤੋ, ਇਸ ਪਾਠ ਵਿੱਚ ਅਸੀਂ ਇਹ ਦੇਖਿਆ ਕਿ ਕਿਸ ਤਰ੍ਹਾਂ ਲੇਖਕ ਨੇ ਸ਼ਬਦਾਂ ਦੇ ਰਾਹੀਂ ਆਪਣੀਆਂ ਭਾਵਨਾਵਾਂ ਨੂੰ, ਆਪਣੇ ਜਜ਼ਬਾਤਾਂ ਨੂੰ, ਆਪਣੇ ਇਮੋਸ਼ਨਸ ਨੂੰ ਪ੍ਰਗਟ ਕੀਤਾ। ਤੇ ਮੈਨੂੰ ਪੂਰੀ ਉਮੀਦ ਹੈ ਕਿ ਆਪ ਸਾਰਿਆਂ ਨੂੰ ਇਹ ਪਾਠ ਬਹੁਤ ਹੀ ਚੰਗੀ ਤਰ੍ਹਾਂ ਸਮਝ ਆ ਗਿਆ ਹੋਵੇਗਾ। ਅਗਲੇ ਵੀਡੀਓ ਵਿੱਚ ਅਸੀਂ ਇਸ ਦੇ ਪ੍ਰਸ਼ਨ ਉੱਤਰ ਕਰਾਂਗੇ। ਉਸ ਵੀਡੀਓ ਦਾ ਲਿੰਕ ਥੱਲੇ ਡਿਸਕ੍ਰਿਪਸ਼ਨ ਬਾਕਸ ਵਿੱਚ ਵੀ ਦਿੱਤਾ ਗਿਆ ਹੈ ਅਤੇ ਆਪ ਸਾਰਿਆਂ ਦੀ ਸਕਰੀਨ ਦੇ ਸਾਹਮਣੇ ਵੀ ਆ ਰਿਹਾ। ਹੁਣ ਦਿਓ ਆਪਣੇ ਅਧਿਆਪਕ ਸਰਦਾਰ ਹਰਵਿੰਦਰ ਸਿੰਘ ਨੂੰ ਇਜਾਜ਼ਤ। ਸਤਿ ਸ੍ਰੀ ਅਕਾਲ।